ਹੈਲੋ ਸਟੂਡੈਂਟਸ, ਅੱਜ ਇਕਾਂਗੀ ਦਾ ਲਾਸਟ ਪਾਰਟ ਕਰਾਂਗੇ ਅਖੀਰ ਦੇ ਵਿੱਚ ਕਿ ਇਕਾਂਗੀ ਦੇ ਵਿੱਚ ਕੀ ਵਾਪਰਦਾ ਹੈ। ਜਦੋਂ ਲਾਸਟ ਤੇ ਆਪਾਂ ਅਖੀਰ ਤੇ ਸਮਅਪ ਕੀਤੀ ਸੀ ਇਕਾਂਗੀ, ਜਿਹਦੇ ਵਿੱਚ ਕੌਰਾ ਜਿਹੜੀ ਹੈ ਉਹ ਰਿਸ਼ਤੇ ਦੇ ਲਈ ਮੰਨ ਜਾਂਦੀ ਹੈ। ਪਹਿਲਾਂ ਵਿਰੋਧ ਕਰਦੀ ਹੈ ਪਰ ਫਿਰ ਹੁਸ਼ਿਆਰਚੰਦ ਦੇ ਸਮਝਾਉਣ ਤੇ ਉਹ ਰਾਜ਼ੀ ਹੋ ਜਾਂਦੀ ਹੈ। ਤੇ ਇਹ ਸਾਰੀ ਜਿਹੜੀ ਹੈ ਮੇਲੋ ਦਰਵਾਜ਼ੇ ਦੇ ਪਿੱਛੇ ਖੜ ਕੇ ਸੁਣਦੀ ਹੈ ਕਿ ਕਿਸੇ ਦੇ ਵਿਆਹ ਦੀਆਂ ਗੱਲਾਂ ਹੋ ਰਹੀਆਂ ਨੇ। ਉਸ ਤੋਂ ਬਾਅਦ ਮੇਲੋ ਦਾ ਕੀ ਰਿਐਕਸ਼ਨ ਸੀ, ਮੇਲੋ ਕੀ ਸੋਚਦੀ ਆ, ਉੱਥੋਂ ਸ਼ੁਰੂ ਕਰਦੇ ਹਾਂ ਪੇਜ ਨੰਬਰ 18 ਤੋਂ। ਮੇਲੋ, ਸਮਝ ਨਹੀਂ ਕੁਝ ਆਉਂਦਾ ਅੱਜ ਰਾਤੀ ਸ਼ਾਦੀ। ਕਿਹਦੀ ਸ਼ਾਦੀ? ਜੰਜ ਢੁੱਕਣ ਵਾਲੀ ਹੈ। ਕਿਹਦੀਆਂ ਗੱਲਾਂ ਕਰਦੇ ਸਨ? ਆਪਣੀਆਂ? ਨਹੀਂ ਨਹੀਂ ਰੁਪਏ ਕਿੱਥੇ? ਭਾਈਆ ਐਡਾ ਗੁੱਸੇ ਕਿਉਂ ਹੁੰਦਾ ਸੀ? ਅੱਛਾ ਅੱਛਾ ਬੇਬੇ ਨੂੰ ਆ ਲੈਣ ਦਿਓ, ਆਪੇ ਸਾਰਾ ਕੁਝ ਪਤਾ ਲੱਗ ਜਾਓ। ਬੜੀ ਹੈਰਾਨੀ ਨਾਲ ਗੱਲ ਇਹ ਅੱਛਾ। ਸੋ ਇੱਥੇ ਜਿਹੜੀ ਮੇਲੋ ਹੈ ਉਹਨੇ ਗੱਲਾਂ ਤਾਂ ਸੁਣ ਲਈਆਂ ਸੀ ਸਾਰੀਆਂ ਆਪਣੇ ਬੇਬੇ ਤੇ ਬਾਪੂ ਦੀਆਂ, ਪਰ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਕਿਹਦੇ ਵਿਆਹ ਦੀਆਂ ਗੱਲਾਂ ਹੁੰਦੀਆਂ ਪਈਆਂ ਨੇ ਤੇ ਉਹਦੇ ਬਾਪੂ ਨੂੰ ਕਿੱਥੋਂ ਜਿਹੜੇ ਆ ਪੈਸੇ ਮਿਲੇ ਆ ਤੇ ਉਹਦਾ ਭਾਈਆ ਜਿਹੜਾ ਹੈ ਉਹ ਇੰਨਾ ਗੁੱਸੇ ਦੇ ਵਿੱਚ ਕਿਉਂ ਹੈ। ਦਿਮਾਗ 'ਚ ਉਹਦੇ ਕਈ ਗੱਲਾਂ ਘੁੰਮਦੀਆਂ ਪਈਆਂ ਸੀ ਪਰ ਉਹਨੂੰ ਸਮਝ ਨਹੀਂ ਸੀ ਆ ਰਹੀਆਂ। ਤੇ ਅਖੀਰ ਉਹ ਕੀ ਸੋਚਦੀ ਹੈ, ਜਦੋਂ ਬੇਬੇ ਆਏਗੀ ਤਾਂ ਆਪੇ ਉਹਨੂੰ ਪਤਾ ਲੱਗੇਗਾ। ਇੱਕ ਆਵਾਜ਼ ਬਾਹਰੋਂ, ਨੀ ਮੇਲੋ ਨੀ ਮੇਲੋ ਮੇਲੋ। ਆਵਾਜ਼ ਪਛਾਣ ਕੇ ਬਸੰਤੋ, ਨੀ ਬਾਹਰੋਂ ਕਿਉਂ ਟਾਰਾ ਮਾਰੀ ਜਾਨੀ? ਟਾਰਾ ਮਾਰੀ ਹੁੰਦੀਆਂ ਆਵਾਜ਼ਾਂ ਮਾਰੀਆਂ। ਅੰਦਰ ਕਿਉਂ ਨਹੀਂ ਆਉਂਦੀ? ਬਸੰਤੋ ਆਉਂਦੀ ਹੈ। ਸੋ ਬਸੰਤੋ ਕੌਣ ਹੈ? ਬਸੰਤੋ ਹੈ ਮੇਲੋ ਦੀ ਪੱਕੀ ਸੱਚੀ ਤੇ ਹਮਦਰਦ ਸਹੇਲੀ। ਬਸੰਤੋ ਮਸ਼ਕਰੀ, ਮਸ਼ਕਰੀ ਦਾ ਮਜ਼ਾਕ ਦੇ ਨਾਲ। ਨੀ ਕੁੜੇ ਵਧਾਈਆਂ। ਮੇਲੋ, ਕਿਉਂ ਨਹੀਂ ਹਰ ਵੇਲੇ ਛੇੜਦੀ ਰਿਹਾ ਕਰ। ਬਸੰਤੋ, ਅੱਛਾ ਤੂੰ ਸਮਝਣੀ ਹੈ ਪਈ ਮੈਂ ਤੈਨੂੰ ਛੇੜਨੀ ਆ, ਜਿੱਦਾਂ ਮੈਨੂੰ ਪਤਾ ਨਹੀਂ ਭਈ ਤੇਰਾ ਵਿਆਹ ਹੋਣ ਵਾਲਾ ਹੈ। ਕੁੜੇ ਸਹੁਰੇ ਜਾ ਕੇ ਤਾਂ ਤੂੰ ਉੱਕਾ ਹੀ ਵਸਾਰ ਦੇਂਗੀ। ਵਸਾਰ ਦੇਂਗੀ ਮਤਲਬ ਭੁਲਾ ਦੇਂਗੀ। ਸੋ ਇੱਥੇ ਜਿਹੜੀ ਬਸੰਤੋ ਹੈ ਉਹ ਵਧਾਈਆਂ ਦਿੰਦੀ ਆ ਮੇਲੋ ਨੂੰ, ਕਿਉਂਕਿ ਉਹਦਾ ਵਿਆਹ ਹੋਣ ਵਾਲਾ ਸੀ, ਉਹ ਸਹੁਰੇ ਜਾਣ ਵਾਲੀ ਸੀ ਤੇ ਉਹਨੂੰ ਆ ਕੇ ਜਿਹੜੀ ਹੈ ਸਹੇਲੀ ਨੂੰ ਮਖੌਲ ਕਰਦੀ ਹੈ, ਮਜ਼ਾਕ ਕਰਦੀ ਹੈ ਤੇ ਉਹਨੂੰ ਵਧਾਈਆਂ ਦਿੰਦੀ ਹੈ ਤੇ ਕਹਿੰਦੀ ਹੈ ਕਿ ਉਹ ਤਾਂ ਹੁਣੇ ਉਹਨੂੰ ਨਹੀਂ ਪਹਿਚਾਣਦੀ ਤੇ ਸਹੁਰੇ ਘਰ ਜਾ ਕੇ ਤਾਂ ਉਹਨੂੰ ਬਿਲਕੁਲ ਹੀ ਆਪਣੀ ਸਹੇਲੀ ਨੂੰ ਭੁੱਲ ਜਾਏਗੀ। ਮੇਲੋ, ਵਿਆਹ ਕਿਸੇ ਦਾ ਭਾਵੇਂ ਹੋਣਾ ਹੋਵੇ ਭਾਵੇਂ ਨਾ, ਤੂੰ ਛੇੜਨਾ ਜਿਉਂ ਹੋਇਆ ਪਸੰਦ। ਭਲਾ ਇਹੋ ਜਿਹੇ ਗੱਲਾਂ ਵੀ ਕਦੀ ਲੁਕੀਆਂ ਰਹਿੰਦੀਆਂ ਨੇ? ਤੂੰ ਦੱਸ ਨਾ ਦੱਸ, ਮੈਨੂੰ ਅੱਗੇ ਹੀ ਪਤਾ ਏ। ਮੇਲੋ, ਹੈ ਤੂੰ ਕੀ ਬਈ ਗੱਲਾਂ ਕਰਨੀ ਹੈ? ਬਸੰਤੋ, ਚੀਕੂ ਤੈਨੂੰ ਪਤਾ ਨਹੀਂ ਹੁੰਦਾ। ਹੇਖਾ ਭੁੱਲੀ ਨੈਣ ਹੁਣੇ ਤੁਹਾਡੇ ਘਰੋਂ ਗਈ ਹੈ, ਮੈਂ ਉਹਦੇ ਮੂੰਹੋਂ ਸਭ ਕੁਝ ਸੁਣ ਲਿਆ ਹੈ। ਕਹਿੰਦੀ ਹੈ ਤੇਰੇ ਸਹੁਰੇ ਉਹਦੇ ਪੇਕਿਆਂ ਦੇ ਲਾਗੇ ਹੀ ਹਨ। ਸੋ ਇੱਥੇ ਜਿਹੜੀ ਹੈ ਸਾਨੂੰ ਪਤਾ ਲੱਗਦਾ ਹੈ ਕਿ ਨੈਣ ਜਿਹੜੀ ਹੈ ਉਹਦਾ ਕੰਮ ਹੀ ਪਿੰਡ ਦੇ ਵਿੱਚ ਜਿਹੜੀਆਂ ਹੈ ਗੱਲਾਂ ਦਾ ਲੈਣ ਦੇਣ ਕਰਨਾ ਆ। ਹਾਲਾਂਕਿ ਕੌਰਾ ਨੇ ਉਹਨੂੰ ਮਨਾ ਕੀਤਾ ਸੀ ਕਿ ਪਿੰਡ ਦੇ ਵਿੱਚ ਗੱਲ ਨਾ ਕਰੀ, ਪਰ ਫਿਰ ਵੀ ਜਿਹੜੀ ਗੱਲ ਹੈ ਉਹ ਨੈਣ ਦੇ ਢਿੱਡ ਦੇ ਵਿੱਚ ਨਹੀਂ ਪਚੀ ਔਰ ਬਸੰਤੋ ਨੇ ਸਾਰੀ ਗੱਲ ਜਿਹੜੀ ਹੈ ਉਹ ਨੈਣ ਦੇ ਮੂੰਹੋਂ ਸੁਣ ਲਈ ਸੀ ਕਿ ਉਹਦਾ ਰਾਤ ਨੂੰ ਹੀ ਮੇਲੋ ਦਾ ਵਿਆਹ ਹੋਣ ਵਾਲਾ ਹੈ ਤੇ ਉਹਦਾ ਜਿਹੜਾ ਸਹੁਰਾ ਪਿੰਡ ਹੈ ਉਹ ਨੈਣ ਦੇ ਪੇਕੇ ਪਿੰਡ ਦੇ ਨਾਲ ਹੀ ਹੈ। ਮੇਲੋ, ਮੈਨੂੰ ਭੁਚਾਲਣ ਲਈ ਸਾਰੀਆਂ ਗੱਲਾਂ ਤੂੰ ਆਪਣੇ ਮਨੋਂ ਬਣਾਉਣ ਰਹੀ ਹੈ ਨਾ? ਬਸੰਤੋ, ਨਹੀਂ ਨਹੀਂ ਸੱਚ ਕਹਿੰਦੀ ਆ, ਸਹੁਰੇ ਤੇਰੇ ਬੜੇ ਅਮੀਰ ਨੇ, ਤੂੰ ਬੜੀ ਭਾਗਾਂ ਵਾਲੀ ਹੈ। ਭਾਗਾਂ ਵਾਲੀ ਮਤਲਬ ਕਿਸਮਤ ਵਾਲੀ ਹੈ। ਤੇਰੀ ਸੱਸ ਵੀ ਨਹੀਂ ਸਗੋਂ ਚੰਗਾ ਲੜਿਆ ਨਾ ਕਰੂ। ਸੋ ਇੱਥੇ ਜਿਹੜੀ ਬਸੰਤੋ ਹੈ ਉਹਨੂੰ ਸਾਰੀ ਸੱਚਾਈ ਵੀ ਦੱਸਦੀ ਹੈ ਤੇ ਨਾਲੇ ਉਹਨੂੰ ਮਜ਼ਾਕ ਵੀ ਕਰਦੀ ਹੈ। ਕੀ ਕਹਿੰਦੀ ਹੈ ਕਿ ਉਹਦੇ ਸਹੁਰੇ ਜਿਹੜੇ ਨੇ ਨਾ ਬੜੇ ਅਮੀਰ ਨੇ, ਵੱਡੇ ਲੋਕ ਨੇ ਤੇ ਕਿਸਮਤ ਵਾਲੀ ਹੈ। ਕਿਉਂ? ਕਿਉਂਕਿ ਸੱਸ ਤਾਂ ਉਹਦੀ ਹੈ ਨਹੀਂ। ਆਮ ਕਰਕੇ ਤਾਂ ਨੂੰਹ ਸੱਸ ਦਾ ਝਗੜਾ ਹੁੰਦਾ ਪਰ ਸੱਸ ਤਾਂ ਉਹਦੀ ਹੈ ਹੀ ਨਹੀਂ। ਸੋ ਚੰਗਾ ਆ ਉਹਦੇ ਨਾਲ ਲੜਾਈ ਝਗੜਾ ਕਰਨ ਵਾਲਾ ਕੋਈ ਵੀ ਨਹੀਂ। ਮੇਲੋ, ਤੂੰ ਛੇੜਨਾ ਜੂ ਹੋਇਆ, ਜਦੋਂ ਵੇਖੋ ਉਦੋਂ ਹੀ ਠੱਠਾ ਮਸ਼ਕਰੇ। ਆਹੋ ਜੀ ਵਿਆਹੀ ਹੋਈ ਜੋ ਹੋਈ, ਦੂਜੇ ਨੂੰ ਛੇੜਨਾ ਤਾਂ ਹੋਇਆ ਫਿਰ ਆਪੇ। ਬਸੰਤੋ, ਘਾਬਰ ਨਾ ਬਈ, ਤੂੰ ਵੀ ਹੁਣੇ ਛੇਤੀ ਵਿਆਹੀ ਜਾਏਂਗੀ। ਤੇਰਾ ਘਰ ਵਾਲਾ ਸੁਖਨਾ ਬਾਬਿਆਂ ਵਰਗਾ ਹੈ, ਤੇਰੇ ਭਾਈਏ ਕੋਲੋਂ ਵੀ 10 ਵਰੇ ਵੱਡਾ ਦੱਸਦੇ ਨੇ। ਸੋ ਇੱਥੇ ਜਿਹੜੀ ਹੈ ਬਸੰਤੋ ਉਹ ਮੇਲੋ ਨੂੰ ਸਾਰੀ ਸੱਚਾਈ ਦੱਸਦੀ ਹੈ ਕਿ ਜਿੱਥੇ ਉਹਦਾ ਰਿਸ਼ਤਾ ਹੋਣ ਵਾਲਾ ਹੈ ਨਾ ਉਹ ਖਾਨਦਾਨ ਤਾਂ ਬੇਸ਼ੱਕ ਬੜਾ ਅਮੀਰ ਹੈ, ਸੱਸ ਉਹਦੀ ਹੈ ਨਹੀਂ ਹੈ, ਔਰ ਜਿਹਦੇ ਨਾਲ ਉਹਦਾ ਵਿਆਹ ਹੋਣ ਵਾਲਾ ਹੈ ਨਾ ਉਹਦੀ ਉਮਰ ਬਾਬਿਆਂ ਵਰਗੀ ਹੈ ਤੇ ਉਹ ਬੰਦਾ ਜਿਹੜਾ ਹੈ ਉਹ ਮੇਲੋ ਦੇ ਵੀ ਭਾਈਏ ਤੋਂ 10 ਵਰੇ ਵੱਡਾ ਹੀ ਹੈ। ਸੋ ਚੰਗੀ ਖਾਸੀ ਉਮਰ ਦਾ ਹੈ। ਇਹ ਸਾਰੀ ਸੱਚਾਈ ਜਿਹੜੀ ਹੈ ਬਸੰਤੋ ਨੇ ਦੱਸੀ ਸੀ ਮੇਲੋ ਨੂੰ ਉਹਦੇ ਰਿਸ਼ਤੇ ਦੇ ਬਾਰੇ। ਮੇਲੋ,
ਚੁੱਪ ਨਹੀਂ ਬਹੁਤਾ ਨਾ ਬੋਲ, ਰੱਬ ਕਰੇ ਤੈਨੂੰ ਇਹੋ ਜਿਹਾ ਜਵਾਈ ਜੁੜੇ। ਦੋਨੋਂ ਸਹੇਲੀਆਂ ਜਿਹੜੀਆਂ ਨੇ ਉਹ ਇੱਕ ਦੂਜੇ ਨੂੰ ਮਜ਼ਾਕ ਕਰਦੀਆਂ, ਮਸ਼ਕਰੀ ਕਰਦੀਆਂ ਤੇ ਤਾਨੇ ਮੇਣੇ ਦਿੰਦੀਆਂ ਬਸੰਤੋ। ਪਰ ਮੈਂ ਤਾਂ ਮੇਲੋ ਸੱਚ ਕਰਨੀ ਪਈ ਆ, ਮਖੌਲ ਨਹੀਂ ਕਰਦੀ। ਪੁੱਤਾਂ ਪੋਤਰਿਆਂ ਵਾਲਾ ਏ, ਨਾਲੇ ਨੈਣ ਪਈ ਕਹਿੰਦੀ ਸੀ ਪਈ ਅਜੇ ਪਿਛਲੇ ਵਰੇ ਉਹਨੇ ਤੇਰੇ ਜਿੱਡੀ ਧੀ ਵਿਆਹੀ ਹੈ। ਸੋ ਇਹ ਸਾਰੀ ਸੱਚਾਈ ਜਿਹੜੀ ਹੈ ਬਸੰਤੋ ਨੇ ਨੈਣ ਦੇ ਮੂੰਹੋਂ ਸੁਣ ਲਈ ਸੀ ਕਿ ਜਿਹਦੇ ਨਾਲ ਉਹਦਾ ਰਿਸ਼ਤਾ ਹੋਇਆ ਹੈ ਨਾ ਉਹ ਪੁੱਤਾਂ ਪੁੱਤਰਿਆਂ ਵਾਲਾ ਏ, ਤੇ ਉਹਨੇ ਜਿਹੜੀ ਹੈ ਮੇਲੋ ਦੇ ਹਾਨ ਦੀ ਧੀ ਪਿਛਲੇ ਸਾਲ ਵਿਆਹੀ ਹੈ। ਸੋ ਉਮਰ ਉਹਦੀ ਚੋਖੀ ਹੈ, ਕਾਫੀ ਹੈ ਮੇਲੋ। ਬਸ ਬਹੁਤ ਠੱਠਾ ਨਾ ਕਰ, ਮਤਲਬ ਬਹੁਤਾ ਮਜ਼ਾਕ ਨਾ ਕਰ ਬਸੰਤੋ। ਠੱਠਾ ਨਹੀਂ ਅੜੀਏ, ਮੈਂ ਸੱਚ ਕਹਿੰਦੀ ਆ ਪਈ ਮੇਲੋ, ਮੈਨੂੰ ਤੇਰਾ ਯਕੀਨ ਨਹੀਂ। ਬਸੰਤੋ ਗੰਭੀਰ ਹੋ ਕੇ, ਦੇਵੀ ਦੀ ਸਹੁੰ ਮੈਂ ਮਖੌਲ ਨਹੀਂ ਕਰਦੀ, ਮੈਂ ਝੂਠ ਆ ਕੇ ਕੀ ਲੈਣਾ ਹੈ। ਮੈਨੂੰ ਸਗੋਂ ਸੁਣ ਕੇ ਬੜਾ ਅਫਸੋਸ ਲੱਗਾ। ਅਫਸੋਸ ਮਤਲਬ ਮੈਨੂੰ ਦੁੱਖ ਹੋਇਆ ਇਹ ਸੁਣ ਕੇ ਕਿ ਉਹਦੀ ਸਹੇਲੀ ਦਾ ਵਿਆਹ ਜਿਹੜਾ ਹੈ ਉਹ ਇੰਨੀ ਵੱਡੀ ਉਮਰ ਵਾਲੇ ਬੰਦੇ ਦੇ ਨਾਲ ਹੋ ਰਿਹਾ ਹੈ ਮੇਲੋ। ਹੈ ਵੱਡਾ ਸਾਰਾ ਹੌਕਾ ਲੈ ਕੇ ਜ਼ਮੀਨ ਉੱਤੇ ਬੈਠ ਜਾਂਦੀ ਹੈ ਤੇ ਚੁੰਨੀ ਦੇ ਪੱਲੂਆਂ ਨਾਲ ਮੂੰਹ ਟੱਕੇ। ਹਾਏ ਹੁਣ ਸਾਰੀ ਸਮਝ ਆ ਗਈ। ਸਿਰ ਨੂੰ ਫੜ ਕੇ ਦੁੱਖ ਨਾਲ ਅੱਗੇ ਪਿੱਛੇ ਝੂਲਦੀ ਹੈ ਤੇ ਉੱਬੇ ਸਾਹ ਹੁੰਦੇ ਔਖੇ ਸਾਹ ਲੈਣੇ। ਮੇਰੀ ਕਿਸਮਤ ਸੜ ਗਈ, ਮੇਰੇ ਨਸੀਬ ਫੁੱਟ ਕੇ ਮੈਂ ਕੀ ਕਰਾਂ। ਸੋ ਇੱਥੇ ਜਿਹੜੀ ਹੈ ਮੇਲੋ ਨੂੰ ਸਾਰੀ ਗੱਲ ਸਮਝ ਆ ਜਾਂਦੀ ਹੈ ਕਿ ਉਹਦੇ ਬੇਬੇ ਤੇ ਬਾਪੂ ਕਿਹਦੀਆਂ ਗੱਲਾਂ ਕਰਦੇ ਸੀ, ਕਿਹਦਾ ਵਿਆਹ ਹੋਣ ਵਾਲਾ ਸੀ ਤੇ ਕਿੱਥੋਂ ਉਹਨਾਂ ਨੂੰ ਪੈਸੇ ਮਿਲੇ ਸੀ। ਤੇ ਉਹ ਆਪਣੀ ਕਿਸਮਤ ਨੂੰ ਕੋਸਦੀ ਹੈ ਕਿ ਉਹਦੀ ਕਿਸਮਤ ਤਾਂ ਸੜ ਗਈ ਹੈ, ਉਹਦੇ ਸਾਰੀ ਜਿਹੜੀ ਨਸੀਬ ਹੈ ਫੁੱਟ ਗਿਆ, ਕਿਉਂਕਿ ਉਹਦਾ ਵਿਆਹ ਜਿਹੜਾ ਹੈ ਉਹ ਵਡੇਰੀ ਉਮਰ ਦੇ ਬੁੱਢੇ ਦੇ ਨਾਲ ਉਤੋਂ ਬਿਨਾਂ ਪੁੱਛੇ ਹੀ ਹੋ ਰਿਹਾ ਹੈ। ਬਸੰਤੋ ਹਮਦਰਦੀ ਨਾਲ ਮੇਲੋ ਨੂੰ ਬਾਂਹ ਪਾ ਕੇ, ਨਾ ਮੇਰੀ ਭੈਣ ਇੱਦਾਂ ਨਹੀਂ ਰੋਈਦਾ, ਚੁੱਪ ਮੇਲੋ, ਰੋਂਦੀ ਰੋਂਦੀ ਮੈਨੂੰ ਛੱਡ ਦੇ, ਮੈਨੂੰ ਕੱਲੀ ਰਹਿਣ ਦੇ। ਹਾਏ ਮੈਂ ਨਿੱਜ ਜੰਮਦੀ ਮਤਲਬ ਨਾ ਹੀ ਜੰਮਦੀ, ਮੈਂ ਕੀ ਕਰਾਂ, ਮਾਪੇ ਹੀ ਵੈਰੀ ਹੋ ਗਏ, ਮੈਂ ਮਰ ਜਾਵਾਂਗੀ, ਮੈਂ ਜਿਉ ਕੇ ਕੀ ਬਣਾਉਣਾ ਹੈ। ਸੋ ਇੱਥੇ ਜਿਹੜੀ ਮੇਲੋ ਹੈ ਉਹ ਨਿਰਾਸ਼ ਹੋ ਜਾਂਦੀ ਹੈ ਤੇ ਕੀ ਕਹਿੰਦੀ ਹੈ ਕਿ ਹੁਣ ਉਹਨੇ ਜਿਉਣਾ ਨਹੀਂ ਹੈ, ਮਰ ਹੀ ਜਾਣਾ ਆ, ਕਿਉਂਕਿ ਉਹਦੇ ਜਿਉਣ ਨਾਲੋਂ ਮਰਨਾ ਉਹਦੇ ਦੁੱਖਾਂ ਦੀ ਖਲਾਸੀ ਹੈ। ਇਹ ਆਪਣੇ ਦੁੱਖਾਂ ਤੋਂ ਬਚ ਸਕਦੀ ਹੈ ਮਰ ਕੇ। ਬਸੰਤੋ ਕਿਉਂ ਮਰਨ ਤੇਰੇ ਵੈਰੀ, ਸੁਖੀ ਸੰਦੀ ਕਿਉਂ ਮਰੇ। ਮੇਲੋ ਮੈਂ ਫੀਮ ਖਾ ਲਵਾਂਗੀ, ਫਾਹਾ ਲੈ ਲਵਾਂਗੀ, ਖੂਹ ਵਿੱਚ ਛਾਲ ਮਾਰ ਦੇਵਾਂਗੀ, ਉਮਰ ਦੇ ਦੁੱਖ ਨਾਲੋਂ ਘੜੀ ਦਾ ਦੁੱਖ ਚੰਗਾ, ਤੂੰ ਜਾ ਮੈਨੂੰ ਕੱਲੀ ਰਹਿਣ ਦੇ। ਸੋ ਮੇਲੋ ਜਿਹੜੀ ਹੈ ਉਹ ਨਿਰਾਸ਼ ਹੋ ਜਾਂਦੀ ਹੈ, ਮਰਨ ਦੀਆਂ ਗੱਲਾਂ ਕਰਦੀ ਹੈ। ਕੀ ਕਹਿੰਦੀ ਹੈ ਕਿ ਉਹਨੇ ਫੀਮ ਖਾ ਲੈਣੀ ਹੈ ਜਾਂ ਫਾਹਾ ਲੈ ਲਵੇਗੀ ਜਾਂ ਖੂਹ ਦੇ ਵਿੱਚ ਛਾਲ ਮਾਰ ਦੇਵੇਗੀ, ਕਿਉਂਕਿ ਸਾਰੀ ਉਮਰ ਦਾ ਦੁੱਖ ਭੋਗਣ ਨਾਲੋਂ ਚੰਗਾ ਹੈ ਕਿ ਉਹ ਹੁਣੇ ਆਪਣੀ ਜੀਵਨ ਨੂੰ ਖਤਮ ਕਰਕੇ ਘੜੀ ਦਾ ਦੁੱਖ ਕੱਟ ਲਵੇ, ਕਿਉਂਕਿ ਬੁੜੇ ਦੇ ਲੜ ਲਾ ਕੇ ਉਹ ਸਾਰੀ ਉਮਰ ਦੁੱਖ ਦੇ ਵਿੱਚ ਨਹੀਂ ਕੱਟਣਾ ਚਾਹੁੰਦੀ ਸੀ। ਇਸ ਕਰਕੇ ਆਪਣੀ ਸਹੇਲੀ ਨੂੰ ਕਹਿੰਦੀ ਹੈ ਕਿ ਮੈਂ ਮਰ ਜਾਵਾਂਗੀ, ਇਸ ਕਰਕੇ ਉਹਨੂੰ ਇਕੱਲੀ ਛੱਡ ਦੇਵੇ। ਬਸੰਤੋ ਧੀਰਜ ਕਰ ਮੇਲੋ, ਤੈਨੂੰ ਮੈਂ ਦੱਸਾਂ ਮੇਲੋ। ਤੂੰ ਕੀ ਦੱਸਣਾ ਹੈ ਭੈਣ, ਜੋ ਲਿਖਿਆ ਜੋ ਕਿਸਮਤ ਦੇ ਵਿੱਚ ਲਿਖਿਆ ਆ ਹੋ ਕੇ ਰਹਿਣਾ ਆ। ਘੜਿਓ ਘੜੀ ਮੇਰੇ ਨਸੀਬ ਸੜ ਜਾਣੇ ਨੇ, ਕਿ ਹੋਰ 2 ਘੜੀਆਂ ਨੂੰ ਉਹਦੀ ਜਿਹੜੀ ਕਿਸਮਤ ਹੈ ਉਹ ਫੁੱਟ ਜਾਣੀ ਹੈ, ਉਹਨੂੰ ਬੁੱਢੇ ਦੇ ਲੜ ਲੱਗਣਾ ਪੈਣਾ ਹੈ। ਇਸ ਕਰਕੇ ਉਹਦੇ ਭਾਗ ਜਿਹੜੇ ਆ ਹੁਣ ਸੜ ਗਏ ਨੇ। ਬਸੰਤੋ ਸੁਣ ਮੇਰੀ ਗੱਲ ਮੇਲੋ, ਉੱਠ ਤੂੰ ਨੱਸ ਜਾ ਆਪਣੇ ਮਾਸੀ ਦੇ ਪਿੰਡ ਨੂੰ, ਚੁੰਨੀ ਮੂੰਹ ਤੇ ਕਰ ਲੈ, ਕੋਈ ਨਹੀਂ ਜਾਣੇਗਾ, ਇਸ ਵੇਲੇ ਚਲੀ ਜਾ, ਪਿੱਛੇ ਸਭ ਵੇਖੀ ਜਾਏਗੀ, ਚਲੀ ਜਾ, ਨੱਸ ਜਾ ਛੇਤੀ। ਸੋ ਇੱਥੇ ਜਿਹੜੀ ਬਸੰਤੋ ਹੈ ਉਹ ਆਪਣੀ ਸਹੇਲੀ ਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਉਹਨੂੰ ਮਰਨ ਦੀ ਕੋਈ ਲੋੜ ਨਹੀਂ ਹੈ, ਚੰਗਾ ਹੈ ਉਹ ਚੁੱਪ ਕਰਕੇ ਆਪਣਾ ਮੂੰਹ ਸਿਰ ਚੁੰਨੀ ਨਾਲ ਲਪੇਟੇ ਤੇ ਆਪਣੇ ਮਾਸੀ ਦੇ ਪਿੰਡ ਦੇ ਵਿੱਚ ਦੌੜ ਜਾਏਗਾ, ਬਾਅਦ ਵਿੱਚ ਜੋ ਹੋਏਗਾ ਉਹ ਵੇਖਿਆ ਜਾਏਗਾ। ਮੇਲੋ ਨਹੀਂ ਇਹ ਨਹੀਂ ਹੋ ਸਕਦਾ, ਮੈਨੂੰ ਮਰਨ ਹੀ ਦੇ, ਤਦੇ ਮੇਰੀ ਖਲਾਸੀ ਮਤਲਬ ਛੁਟਕਾਰਾ ਹੋਏਗਾ। ਬਸੰਤੋ ਮੇਲੋ ਦੀ ਬਾਹ ਫੜ ਕੇ ਮੇਲੋ ਉੱਠ, ਉਹਨੂੰ ਜ਼ੋਰ ਨਾਲ ਉਠਾਉਂਦੀ ਹੈ। ਮੇਲੋ ਛੱਡ ਦੇ ਮੈਨੂੰ ਮਰਨ ਦੇ, ਇੱਕ ਆਵਾਜ਼ ਬਾਹਰ ਸਟੇਜ ਤੋਂ ਪਰੇ ਮੇਲੋ ਦੀ ਮਾਂ। ਬਸੰਤੋ ਮੇਲੋ ਉੱਠ ਛੇਤੀ, ਵੇਲਾ ਨਾ ਗਵਾ, ਉਹਨੂੰ ਖਿੱਚਦੀ ਹੈ ਮੇਲੋ ਹੌਕਾ ਲੈ ਕੇ। ਮੈਂ ਖੂਹ ਵਿੱਚ ਛਾਲ ਮਾਰ ਦਊਂ, ਮੈਂ ਨਹੀਂ। ਬਸੰਤੋ ਉਹਨੂੰ ਬਦੋ ਬਦੀ ਖਿੱਚ ਕੇ ਲੈ ਜਾਂਦੀ ਹੈ। ਬਾਹਰੋਂ ਮੇਲੋ ਦੀ ਆਵਾਜ਼ ਆਉਂਦੀ ਹੈ, ਮੈਂ ਮਰ ਜਾਵਾਂਗੀ। ਆਵਾਜ਼ ਬਾਹਰੋਂ ਸਟੇਜ ਦੇ ਕੋਲੋਂ ਮੇਲੋ ਦੀ ਮਾਂ। ਹੁਸ਼ਿਆਰਚੰਦ ਆਉਂਦਾ ਹੈ। ਹੁਸ਼ਿਆਰਚੰਦ ਮੇਲੋ ਦੀ ਮਾਂ ਕੋਠੜੀ ਦੇ ਅੰਦਰ ਝਾਕਦਾ ਹੈ। ਮੇਲੋ ਦੀ ਮਾਂ ਬਾਹਰ ਗਈ ਹੋਣੀ ਹੈ, ਸਿਆਣਿਆਂ ਠੀਕ ਕਿਹਾ ਹੈ ਕਿ ਬੁੱਢੀਆਂ ਦੀ ਮੱਤ ਖੁਰੀ ਪਿੱਛੇ ਹੁੰਦੀ ਹੈ, 100 ਕੰਮ ਕਰਨ ਵਾਲੇ ਪਏ ਨੇ, ਉਹਨੂੰ ਘਰ ਛੱਡ ਕੇ ਜਾਣਾ ਨਹੀਂ ਸੀ ਚਾਹੀਦਾ, ਪਰ ਬੁੱਢੀਆਂ ਕੋਲੋਂ ਘਰ ਬਹਿ ਨਹੀਂ ਹੁੰਦਾ। ਜਦ ਤੀਕ ਬਿੱਲੀ ਵਾਂਗ 7 ਘਰ ਫਿਰ ਨਾ ਲੈਣ ਇਹਨਾਂ ਨੂੰ ਚੈਨ
ਨਹੀਂ ਆਉਂਦੀ। ਸੋ ਇੱਥੇ ਜਿਹੜਾ ਹੁਸ਼ਿਆਰਚੰਦ ਹੈ ਉਹ ਔਰਤਾਂ ਦੀ ਜਿਹੜੀ ਆਦਤ ਹੈ ਘਰ ਨਾ ਟਿਕਣ ਦੀ, ਉਹ ਦੱਸਦਾ ਹੈ ਕਿ ਔਰਤਾਂ ਦੇ ਜਿਹੜੇ ਘਰ ਦੇ ਵਿੱਚ ਪੈਰ ਆ ਉਹ ਨਹੀਂ ਟਿਕਦੇ। ਜਿਵੇਂ ਬਿੱਲੀ ਨੂੰ 7 ਘਰ ਫਿਰਨ ਦੀ ਆਦਤ ਹੁੰਦੀ ਹੈ ਨਾ, ਉਸੇ ਤਰ੍ਹਾਂ ਔਰਤਾਂ ਵੀ ਜਦ ਤੱਕ ਪਿੰਡ ਦੇ ਸਾਰੇ ਘਰ ਫਿਰ ਲੈਣਾ ਉਹਨਾਂ ਦੇ ਘਰ ਦੇ ਵਿੱਚ ਪੈਰ ਨਹੀਂ ਟਿਕਦੇ ਤੇ ਉਹਨਾਂ ਨੂੰ ਚੈਨ ਨਹੀਂ ਹੁੰਦਾ। ਇੰਨੇ ਨੂੰ ਕੀ ਹੁੰਦਾ ਆ, ਕੌਰਾ ਤੇ ਲਾਜੋ ਆ ਜਾਂਦੀਆਂ ਨੇ। ਲਾਜੋ ਟੱਪਦੀ ਟੱਪਦੀ ਕੁੜੀਆਂ ਗੁੱਡੀਆਂ ਕੋਲ ਜਾ ਬੈਠਦੀ ਹੈ। ਹੁਸ਼ਿਆਰਚੰਦ ਬਾਹਰ ਕਿਉਂ ਚਲੀ ਗਈ ਸਾਂ, ਤੂੰ ਕਦੇ ਮੇਰੇ ਅੱਖੇ ਵੀ ਲੱਗੇਗੀ ਕਿ ਨਾ। ਕੌਰਾ ਜਰਾ ਨੈਣ ਵੱਲ ਚੱਲੀ ਸਾਂ, ਰਾਹ ਵਿੱਚ ਕਰਮੋ ਦੀ ਮਾਂ ਮਿਲ ਗਈ, ਗੱਲਾਂ ਕਰਦਿਆਂ ਕਰਦਿਆਂ ਜ਼ਰਾ ਦੇਰ ਹੋ ਗਈ। ਹੁਸ਼ਿਆਰ ਬੁੱਢੀਆਂ ਗੱਲਾਂ ਨੂੰ ਨਹੀਂ ਛੱਡਦੀਆਂ ਤੇ ਗੱਲਾਂ ਬੁੱਢੀਆਂ ਨੂੰ ਨਹੀਂ ਛੱਡਦੀਆਂ। ਬੇਵਕੂਫਾਂ ਨਾਲ ਵਾਹ ਪੈਣਾ ਵੀ 95 ਦਾ ਘਾਟਾ ਹੈ। ਹੁਣ ਇਹਦੇ ਵਿੱਚ ਜਿਹੜਾ ਹੈ ਕਿ ਜੇ ਅਸੀਂ ਕਿਸੇ ਨੂੰ 100 ਰੁਪਏ ਦੇ ਦਈਏ ਉਧਾਰੇ ਤੇ ਵਾਪਸੀ ਦੇ ਵਿੱਚ ਸਾਨੂੰ ਸਿਰਫ ਉਹਦੇ ਕੋਲੋਂ 5 ਰੁਪਏ ਮਿਲਣ ਤਾਂ ਸਾਨੂੰ ਤਾਂ 95 ਰੁਪਏ ਦਾ ਘਾਟਾ ਪੈ ਗਿਆ ਨਾ, 95 ਰੁਪੀਸ ਦਾ ਘਾਟਾ ਪੈ ਗਿਆ। ਇੱਥੇ ਵੀ ਜਿਹੜਾ ਹੈ ਉਹ ਹੁਸ਼ਿਆਰਚੰਦ ਔਰਤਾਂ ਦੀ ਜਿਹੜੀ ਆਦਤ ਹੈ ਉਹਦੇ ਬਾਰੇ ਜਾਣਕਾਰੀ ਦਿੰਦਾ ਹੈ ਕਿ ਬੁੱਢੀਆਂ ਜਿਹੜੀਆਂ ਆ ਉਹ ਗੱਲਾਂ ਨੂੰ ਨਹੀਂ ਛੱਡਦੀਆਂ, ਔਰ ਇਹਨਾਂ ਬੁੱਢੀਆਂ ਦੀ ਜਿਹੜੀ ਹੈ ਆਦਤ ਬਿਲਕੁਲ ਇੱਦਾਂ ਆ ਕਿ ਸਾਡਾ ਜਿੱਦਾਂ ਬੇਵਕੂਫਾਂ ਨਾਲ ਵਾਹ ਪੈ ਗਿਆ ਹੋਵੇ। ਜਦਕਿ ਹੁਸ਼ਿਆਰਚੰਦ ਨੇ ਉਹਨੂੰ ਸਮਝਾਇਆ ਸੀ ਵੀ ਘਰ ਛੱਡ ਕੇ ਨਾ ਜਾਈ, ਜੰਝ ਢੁੱਕਣ ਵਾਲੀ ਹੈ, ਪਰ ਫਿਰ ਵੀ ਕੌਰਾ ਜਿਹੜੀ ਹੈ ਉਹ ਪਿੰਡ ਦੇ ਵਿੱਚ ਨਿਕਲ ਗਈ ਤੇ ਧੀ ਨੂੰ ਇਕੱਲੇ ਨੂੰ ਘਰ ਛੱਡ ਦਿੱਤਾ। ਇਸ ਤਰ੍ਹਾਂ ਉਹ ਕਹਿੰਦਾ ਆ ਕਿ ਬੇਵਕੂਫਾਂ ਦੇ ਨਾਲ ਜਿਹੜਾ ਹੈ ਮੱਥਾ ਲੱਗਣਾ ਵੀ ਇਹ ਸਮਝੋ ਕਿ 100 ਰੁਪਏ ਦਿੱਤੇ ਹੋਣ ਤੇ ਉਹਦੇ ਵਿੱਚੋਂ 95 ਰੁਪਏ ਦਾ ਘਾਟਾ ਪੈਣ ਦੇ ਬਰਾਬਰ ਆ। ਕੌਰਾ ਬਸ ਤੂੰ ਤਾਂ ਸਦਾ ਇਸੇ ਤਰ੍ਹਾਂ ਹੀ ਕਰਦਾ ਰਹਿਣਾ ਹੈ। ਅੱਛਾ ਹੁਣ ਮੈਨੂੰ ਜੰਝ ਵੱਲੋਂ ਦੱਸ ਕੁਝ। ਹੁਸ਼ਿਆਰਚੰਦ ਜੰਝ ਆ ਗਈ ਹੋਈ ਹੈ ਤੇ ਸਾਰਾ ਇੰਤਜ਼ਾਮ ਠੀਕ ਹੈ, ਬਸ ਉਹ ਦੂਜੇ ਘਰ ਢੁੱਕਣ ਵਾਲੀ ਹੈ। ਇਸ ਵੇਲੇ ਦੂਰੋਂ ਢੋਲ ਵਾਜਿਆਂ ਦੀ ਆਵਾਜ਼ ਆਉਂਦੀ ਹੈ, ਲੈ ਆ ਗਏ ਹੁਣ ਬਸ ਸਾਨੂੰ ਸੱਦਾ ਆਇਆ ਕਿ ਆਇਆ। ਕੌਰਾ ਫਿਰ ਮੈਂ ਲਾਲ ਸ਼ਾਲੂ ਮਤਲਬ ਲਾਲ ਦੁਪੱਟਾ ਲੈ ਲਵਾਂ। ਸੰਦੂਕ ਚੋਂ ਲਾਲ ਸ਼ਾਲੂ ਕੱਢ ਕੇ ਉੱਤੇ ਲੈਂਦੀ ਹੈ। ਪਾਂਦਾ ਬਾਹਰੋਂ ਇਹ ਮਹਾਰਾਜ ਛੇਤੀ ਕਰੋ, ਦੇਰੀ ਕਿਉਂ ਕਰਦੇ ਹੋ। ਡੇਰੀ ਮਤਲਬ ਦੇਰ ਕਿਉਂ ਕਰਦੇ ਪਏ ਹੋ। ਹੁਸ਼ਿਆਰਚੰਦ ਦੇਰੀ ਕੋਈ ਨਹੀਂ ਪਾਂਦਾ ਜੀ, ਤੁਸੀਂ ਚੱਲੋ ਅਸੀਂ ਆਏ ਤੁਹਾਡੇ ਮਗਰ। ਕੌਰਾ ਨੂੰ ਕੁੜੀ ਨੂੰ ਸੱਦ, ਉਹਨੂੰ ਨਵੇਂ ਕੱਪੜੇ ਪਾ ਛੇਤੀ ਕਰ। ਸੋ ਹੁਸ਼ਿਆਰਚੰਦ ਜਿਹੜਾ ਹੈ ਇੱਥੇ ਪਾਂਦੇ ਦੇ ਆਉਣ ਤੇ ਕੌਰਾ ਨੂੰ ਧੀ ਨੂੰ ਤਿਆਰ ਕਰਨ ਦੇ ਲਈ ਕਹਿੰਦਾ ਹੈ ਕਿ ਫਟਾਫਟ ਜਿਹੜਾ ਹੈ ਉਹਨੂੰ ਚੁੰਨੀ ਪਾਵੇ, ਕੁੜੀ ਨੂੰ ਨਵੇਂ ਕੱਪੜੇ ਪਾਵੇ ਤੇ ਤਿਆਰ ਕਰੇ। ਕੌਰਾ ਕੁੜੀ ਤਾਂ ਇੱਥੇ ਹੈ ਨਹੀਂ, ਅੰਦਰ ਹੋਣੀ ਹੈ। ਕੋਠੜੀ ਵੱਲ ਜਾ ਕੇ ਨੀ ਮੇਲੋ ਕੁੜੀਏ ਲੁਕਦੀ ਕਿਉਂ ਫਿਰਨੀ ਹੈ, ਛੇਤੀ ਕਰ ਇਹ ਵੇਲਾ ਸ਼ਰਮਾਉਣ ਦਾ ਨਹੀਂ, ਛੇਤੀ ਕਰ ਮੇਰੀ ਬੀਬੀ ਦੀ। ਹੁਸ਼ਿਆਰਚੰਦ ਕੁੜੀਏ ਤੂੰ ਕਿੱਥੇ ਪਈ ਹੋਈ ਸੀ, ਆਉਂਦੀ ਕਿਉਂ ਨਹੀਂ, ਛੇਤੀ ਕਰ। ਪਾਂਦਾ ਬਾਹਰੋਂ ਇਹ ਮਹਾਰਾਜ ਵੇਲਾ ਲੰਘਦਾ ਜਾਂਦਾ ਹੈ, ਤੁਹਾਨੂੰ ਸੱਦਦੇ ਨੇ। ਹੁਸ਼ਿਆਰਚੰਦ ਚਲੋ ਪਾਂਦਾ ਜੀ ਅਸੀਂ ਆਏ ਹੁਣੇ, ਕੁੜੀ ਨੂੰ ਕੱਪੜੇ ਪਏ ਪਾਉਂਦੇ ਆ। ਕੌਰਾ ਨੂੰ ਬੋਲਦੀ ਨਹੀਂ, ਜਾ ਅੰਦਰ ਵੇਖ ਤੇ ਉਹਨੂੰ ਬਾਹਰ ਲਿਆ, ਭਲਾ ਇਹ ਕਿਹੜਾ ਵੇਲਾ ਹੋਇਆ ਸ਼ਰਮਾਉਣ ਦਾ। ਸੋ ਇੱਥੇ ਜਿਹੜਾ ਆ ਕੌਰਾ ਤੇ ਹੁਸ਼ਿਆਰਚੰਦ ਸਾਰੇ ਘਰ ਦੇ ਵਿੱਚ ਮੇਲੋ ਨੂੰ ਲੱਭਦੇ ਨੇ, ਪਰ ਮੇਲੋ ਕਿਤੇ ਵੀ ਨਹੀਂ ਲੱਭਦੀ। ਕੌਰਾ ਕੋਠੜੀ ਦੇ ਅੰਦਰ ਜਾਂਦੀ ਹੈ, ਨੀ ਮੇਲੋ ਆ ਜਾ ਬਾਹਰ ਮੇਰੀ ਬੀਬੀ ਧੀ, ਡਰਨੀ ਕਾਹਨੂੰ ਫਿਰਨੀ, ਆ ਜਾ ਮੇਲੋ ਨੀ ਮੇਲੋ। ਹੱਥ ਮਲਦੀ ਬਾਹਰ ਆਉਂਦੀ ਹੈ, ਕੁੜੀ ਤਾਂ ਇੱਥੇ ਹੈ ਨਹੀਂ, ਹੁਣ ਕੀ ਕਰਾਂਗੇ, ਹਾਏ ਹੁਣ ਕੀ ਕਰਾਂਗੇ। ਹੁਸ਼ਿਆਰਚੰਦ ਨਹੀਂ ਇੱਥੇ ਹੀ ਹੋਣੀ ਹੈ, ਆਵਾਜ਼ ਮਾਰ ਉਹਨੂੰ, ਆਵਾਜ਼ ਮਾਰ। ਕੌਰਾ ਮੇਲੋ ਵੇਲੇ ਸਿਰ ਕਿੱਥੇ ਮਰ ਗਈ ਹੋ। ਹੁਸ਼ਿਆਰਚੰਦ ਵੀ ਇੱਧਰ ਉੱਧਰ ਵੇਖਦਾ ਹੈ ਤੇ ਨਾਲੇ ਆਵਾਜ਼ਾਂ ਮਾਰਦਾ ਹੈ, ਹਾਏ ਅਸੀਂ ਭੰਡੇ ਹੋ ਗਏ ਮਤਲਬ ਸਭ ਜਗ੍ਹਾ ਬਦਨਾਮੀ ਹੋ ਜਾਣੀ ਹੈ, ਕੁੜੀ ਤਾਂ ਇੱਥੇ ਹੈ ਹੀ ਨਹੀਂ, ਹੁਣ ਕੀ ਕਰਾਂਗੇ, ਭਾਵੇਂ ਕਿਤੇ ਨੱਠ ਗਈ, ਹਾਏ ਸਿਰ ਸਵਾਹ ਪੈ ਗਈ ਸਾਡੇ। ਸੋ ਇੱਥੇ ਜਿਹੜੀ ਕੌਰਾ ਹੈ ਉਹ ਸਾਰੇ ਅੰਦਰ ਬਾਹਰ ਮੇਲੋ ਨੂੰ ਲੱਭਦੀ ਹੈ, ਪਰ ਮੇਲੋ ਕਿਤੇ ਵੀ ਨਹੀਂ ਲੱਭਦੀ ਤੇ ਅਖੀਰ ਦੇ ਵਿੱਚ ਜਿਹੜੀ ਹੈ ਉਹ ਕੀ ਕਹਿੰਦੀ ਹੈ ਕਿ ਹਾਏ ਸਾਰੇ ਪਾਸੇ ਉਹਨਾਂ ਦੀ ਭੰਡੀ ਹੋ ਜਾਣੀ, ਬਦਨਾਮੀ ਹੋ ਜਾਣੀ, ਸਿਰ ਉਹਨਾਂ ਦੇ ਸਵਾਹ ਪੈ ਜਾਣੀ ਹੈ, ਕਿਉਂਕਿ ਕੁੜੀ ਤਾਂ ਕਿਤੇ ਲੱਭਦੀ ਨਹੀਂ ਤੇ ਇੱਦਾਂ ਲੱਗਦਾ ਹੈ ਕਿ ਉਹ ਕਿਤੇ ਨੱਠ ਗਈ ਹੈ। ਆਵਾਜ਼ਾਂ ਮਾਰਦੀ ਹੈ ਪਰ ਮੇਲੋ ਵੱਲੋਂ ਉਹਨੂੰ ਕੋਈ ਵੀ ਜਵਾਬ ਨਹੀਂ ਹੁੰਦਾ। ਹੁਸ਼ਿਆਰਚੰਦ ਮੈਂ ਤੈਨੂੰ ਆਖਿਆ ਸੀ ਨਾ ਭਈ ਘਰ ਛੱਡ ਕੇ ਨਾ ਜਾਈ, ਹੁਣ ਰੋ ਬੈਠ ਕੇ ਜਾਂਦਿਆਂ ਨੂੰ ਮਤਲਬ ਜੰਮਣ ਵਾਲੀ ਨੂੰ। ਕੌਰਾ ਨੀ ਕੁੜੀਏ ਹਾਏ ਲੋਕਾਂ ਵਿੱਚ ਬੜੀ ਭੰਡੀ ਹੋਊ ਸਾਡੀ, ਹੁਣ ਲਾਵਾਂ ਤੇ ਕਿਹਨੂੰ ਬਿਠਾਵਾਂਗੇ, ਹਾਏ ਮੈਂ ਮਰ ਜਾਵਾਂ ਕੀ ਕਰਾਂ। ਸੋ ਇੱਥੇ ਜਿਹੜੀ ਕੌਰਾ ਹੈ ਹੁਣ ਉਹ ਡਰਦੀ ਪਈ ਹੈ ਕਿ ਕੁੜੀ ਤਾਂ ਕਿਤੇ ਲੱਭਦੀ ਨਹੀਂ, ਔਰ ਜੇਕਰ ਮੇਲੋ ਦੀ ਜੰਝ ਢੁੱਕ ਗਈ ਹੈ, ਬਰਾਤ ਆ ਗਈ ਹੈ ਤੇ ਕੁੜੀ ਜੇ ਨਾ ਲੱਭੀ ਤਾਂ ਕਿਤੇ ਲਾਵਾਂ ਤੇ ਕਿਹਨੂੰ ਬਿਠਾਵਾਂਗੇ, ਸਾਰੇ ਪਾਸੇ ਉਹਨਾਂ ਦੀ ਭੰਡੀ ਹੋ ਜਾਣੀ ਹੈ, ਬਦਨਾਮੀ ਹੋ ਜਾਣੀ ਹੈ। ਪਾਂਦਾ ਇਹ ਮਹਾਰਾਜ ਮੈਂ 3 ਵਾਰੀ ਆਇਆ,
ਤੁਸੀਂ ਆਉਂਦੇ ਕਿਉਂ ਨਹੀਂ? ਸ਼ੁਭ ਲਗਨ ਦੀਆਂ ਘੜੀਆਂ ਤਾਂ ਬੀਤਦੀਆਂ ਜਾਂਦੀਆਂ ਨੇ, ਤੁਹਾਡੇ ਬੰਨੇ ਤਾਂ ਪ੍ਰੋਹਤ ਨਾਰਾਜ਼ ਹੁੰਦਾ ਪਿਆ, ਤੁਹਾਡੇ ਬੰਨੇ ਮਤਲਬ ਤੁਹਾਡੇ ਵੱਲੋਂ ਦਾ ਜਿਹੜਾ ਪੰਡਤ ਹੈ ਉਹ ਨਾਰਾਜ਼ ਹੁੰਦਾ ਪਿਆ, ਕਿਉਂਕਿ ਲਗਨ ਦੀਆਂ ਘੜੀਆਂ ਨਿਕਲਦੀਆਂ ਜਾਂਦੀਆਂ ਨੇ ਤੇ ਹਜੇ ਤੱਕ ਉਹ ਕੁੜੀ ਨੂੰ ਲੈ ਕੇ ਮੰਡਪ ਦੇ ਵਿੱਚ ਨਹੀਂ ਪਹੁੰਚੇ। ਹੁਸ਼ਿਆਰਚੰਦ ਟੁੱਟੀ ਹੋਈ ਆਵਾਜ਼ ਵਿੱਚ, ਚਲੋ ਚਲੋ ਪਾਂਦਾ ਜੀ ਆਵੇ ਕਰਨੇ ਆ ਕੌਰਾਂ ਨੂੰ, ਹੁਣ ਦੱਸ ਕੀ ਕਰਨਾ ਹੈ, ਹੁਣ ਵੇਲਾ ਕਿੱਦਾਂ ਪੂਰਨਾ ਹੈ। ਸੋ ਇੱਥੇ ਜਿਹੜਾ ਅਖੀਰ ਦੇ ਉੱਪਰ ਕੀ ਹੁੰਦਾ ਆ, ਜਦੋਂ ਮੇਲੋ ਸਾਰੇ ਘਰ ਦੇ ਵਿੱਚ ਨਹੀਂ ਲੱਭਦੀ, ਬੜੀਆਂ ਕੋਸ਼ਿਸ਼ਾਂ ਕਰਦੀ ਹੈ ਕੌਰਾ ਤੇ ਹੁਸ਼ਿਆਰਚੰਦ, ਪਰ ਮੇਲੋ ਦਾ ਕੋਈ ਅਤਾ ਪਤਾ ਨਹੀਂ ਲੱਗਦਾ। ਉਹ ਰੋਂਦੀ ਹੈ ਕਿ ਭੰਡੀ ਹੋ ਜਾਣੀ ਹੈ, ਕੀ ਕਰਾਂਗੇ, ਲਾਵਾਂ ਤੇ ਕਿਹਨੂੰ ਬਿਠਾਵਾਂਗੇ। ਤੇ ਹੁਸ਼ਿਆਰਚੰਦ ਵੀ ਅਖੀਰ ਤੇ ਪੁੱਛਦਾ ਕਿ ਹੁਣ ਵੇਲਾ ਕਿੱਦਾਂ ਟਪਾਉਣਾ ਹੈ, ਕਿਉਂਕਿ ਕੁੜੀ ਤਾਂ ਹੈ ਨਹੀਂ ਤੇ ਲਾਵਾਂ ਤੇ ਕਿਹਨੂੰ ਬਿਠਾਉਣਾ ਆ, ਵੇਲਾ ਕਿੱਦਾਂ ਪੂਰਨਾ ਹੈ। ਕੌਰਾ, ਹਾਏ ਕੁੜੀ ਨਿੱਜ ਜੰਮਦੀ, ਮੈਂ ਕੀ ਦੱਸਾਂ, ਮੈਨੂੰ ਕੁਝ ਨਹੀਂ ਔੜਦੀ, ਔੜਦੀ ਮਤਲਬ ਕੁਝ ਨਹੀਂ ਸੁੱਝਦਾ, ਕਿ ਉਹਨੂੰ ਤਾਂ ਕੁਝ ਵੀ ਨਹੀਂ ਸੁੱਝਦਾ, ਉਹ ਕੀ ਕਰੇ। ਹੁਸ਼ਿਆਰਚੰਦ, ਛੇਤੀ ਕਰ ਲਾਵਾਂ ਵਾਲੀ ਚੁੰਨੀ ਪਾ ਲਾਜੋ ਨੂੰ, ਨਹੀਂ ਤਾਂ ਰਹਿ ਨਹੀਂ ਆਉਣੀ, ਮਤਲਬ ਜੇ ਇੱਕ ਵਾਰੀ ਪਿੰਡ ਦੇ ਵਿੱਚ ਭੰਡੀ ਹੋ ਗਈ ਤਾਂ ਫਿਰ ਵਾਪਸ ਜਿਹੜੀ ਹੈ ਇੱਜ਼ਤ ਨਹੀਂ ਆਉਣੀ। ਸੋ ਅਖੀਰ ਤੇ ਜਿਹੜਾ ਹੁਸ਼ਿਆਰਚੰਦ ਹੈ ਉਹ ਵੇਲਾ ਸਾਂਭਣ ਦੇ ਲਈ, ਵੇਲਾ ਪੂਰਨ ਦੇ ਲਈ ਤੇ ਆਪਣੀ ਇੱਜ਼ਤ ਬਚਾਉਣ ਦੇ ਲਈ, ਤੇ ਇਹ ਸੋਚ ਕੇ ਕਿ ਕਿਤੇ ਹੱਥ ਆਇਆ ਪੈਸਾ ਵਾਪਸ ਨਾ ਚਲੇ ਜਾਵੇ, ਆਪਣੀ ਗੁੱਡੀਆਂ ਪਟੋਲਿਆਂ ਦੇ ਨਾਲ ਖੇਡਦੀ ਧੀ ਲਾਜੋ ਨੂੰ ਲਾਵਾਂ ਵਾਲੀ ਜਿਹੜੀ ਹੈ ਚੁੰਨੀ ਪਾ ਦਿੰਦਾ ਆ। ਕੌਰਾ ਤਰਬਕ ਕੇ ਘਬਰਾ ਕੇ ਹੁਸ਼ਿਆਰਚੰਦ ਕੋਲੋਂ ਪਰੇ ਹਟ ਜਾਂਦੀ ਹੈ, ਚੁੰਨੀ ਨੂੰ ਕੁੱਟ ਕੇ ਫੜ ਲੈਂਦੀ, ਹਾਏ ਨਹੀਂ ਨਹੀਂ, ਹਾਏ ਜ਼ੁਲਮ ਜ਼ੁਲਮ। ਸੋ ਇੱਥੇ ਜਿਹੜਾ ਹੈ ਜ਼ੁਲਮ ਹੋ ਰਿਹਾ ਸੀ ਕੌਰਾ ਦੀ ਮਹਿਜ਼ 6-7 ਵਰਿਆਂ ਦੀ ਧੀ ਲਾਜੋ ਦੇ ਉੱਪਰ, ਜਿਹਦੀ ਉਮਰ ਹਜੇ ਗੁੱਡੀਆਂ ਪਟੋਲਿਆਂ ਦੇ ਨਾਲ ਖੇਡਣ ਵਾਲੀ ਨਾਦਾਨ ਬੱਚੀ ਦੀ ਉਮਰ ਸੀ। ਉਹਨੂੰ ਸਿਰਫ ਔਰ ਸਿਰਫ ਹੁਸ਼ਿਆਰਚੰਦ ਪੈਸਿਆਂ ਦੇ ਲਾਲਚ ਵਿੱਚ, ਆਪਣੀ ਝੂਠੀ ਸ਼ਾਨੋ ਸ਼ੌਕਤ ਬਚਾਉਣ ਖਾਤਰ ਤੇ ਵੇਲਾ ਟਪਾਉਣ ਦੇ ਖਾਤਰ ਜਿਹੜਾ ਹੈ ਲਾਵਾਂ ਵਾਲੀ ਚੁੰਨੀ ਪਾਉਂਦਾ ਹੈ। ਔਰ ਕੌਰਾ ਜਿਹੜੀ ਹੈ ਇਹਦਾ ਵਿਰੋਧ ਕਰਦੀ ਹੈ, ਚੁੰਨੀ ਫੜ ਲੈਂਦੀ ਹੈ ਤੇ ਇਹ ਵੀ ਚੀਕਾਂ ਮਾਰਦੀ ਹੈ ਕਿ ਉਹਦੀ ਧੀ ਦੇ ਉੱਪਰ, ਲਾਜੋ ਦੇ ਉੱਪਰ ਜ਼ੁਲਮ ਹੋ ਰਿਹਾ ਹੈ, ਪਰ ਹੁਸ਼ਿਆਰਚੰਦ ਉਹਦੀ ਕੋਈ ਵੀ ਗੱਲ ਨਹੀਂ ਸੁਣਦਾ। ਹੁਸ਼ਿਆਰਚੰਦ ਜ਼ੁਲਮ ਦੀ ਲੱਗਦੀ ਨਾ ਹੋਵੇ, ਚੁੰਨੀ ਖੋ ਕੇ ਲਾਜੋ ਉੱਤੇ ਪਾਉਂਦਾ ਹੈ, ਉਹਨੂੰ ਗੁੱਡੀਆਂ ਨਾਲ ਖੇਡਦੀ ਨੂੰ ਚੁੱਕ ਕੇ ਲੈ ਜਾਂਦਾ। ਕੌਰਾ ਪਿੱਛੇ ਪਿੱਛੇ ਕੁਰਲਾਉਂਦੀ ਤੇ ਦੋ ਹੱਥੜਾ ਮਾਰਦੀ, ਦੋ ਹੱਥੜਾ ਮਤਲਬ ਦੋ ਹੱਥਾਂ ਨਾਲ ਆਪਣੀ ਛਾਤੀ ਪਿੱਟਦੀ ਹੈ, ਹਾਏ ਵੇ ਜ਼ੁਲਮ ਹੋ ਗਿਆ, ਜ਼ੁਲਮ ਹੋ ਗਿਆ। ਸੋ ਉਹ ਦੋਨਾਂ ਹੱਥਾਂ ਨਾਲ ਛਾਤੀ ਪਿੱਟਦੀ ਹੋਈ ਚੀਕਾਂ ਮਾਰਦੀ ਰੋਂਦੀ ਹੈ ਕਿ ਉਹਦੀ ਗੁੱਡੀਆਂ ਪਟੋਲਿਆਂ ਨਾਲ ਖੇਡਣ ਵਾਲੀ ਧੀ ਦੇ ਉੱਪਰ ਜ਼ੁਲਮ ਹੋਇਆ ਹੈ, ਪਰ ਹੁਸ਼ਿਆਰਚੰਦ ਉਹਦੀ ਕੋਈ ਵੀ ਗੱਲ ਨਹੀਂ ਮੰਨਦਾ। ਲਾਜੋ ਪਿਓ ਦੇ ਕੁੱਛੜੋਂ ਉਤਰਨ ਲਈ ਲੱਤਾਂ ਮਾਰਦੀ ਹੈ, ਮੇਰੀਆਂ ਗੁੱਡੀਆਂ, ਹਾਏ ਮੇਰੀਆਂ ਗੁੱਡੀਆਂ, ਗੁੱਡੀਆਂ ਨਾਲ ਖੇਡਣ ਦਿਓ। ਸੋ ਅਖੀਰ ਤੇ ਜਿਹੜੀ ਲਾਜੋ ਹੈ ਉਹ ਵਿਚਾਰੀ ਇਸ ਅਣਚਾਹੇ ਰਿਸ਼ਤੇ ਦੇ ਵਿੱਚੋਂ ਨਿਕਲਣ ਦੇ ਲਈ ਲੱਤਾਂ ਬਾਹਾਂ ਮਾਰਦੀ ਹੈ, ਆਪਣੀਆਂ ਗੁੱਡੀਆਂ ਕੋਲ ਜਾਣਾ ਚਾਹੁੰਦੀ ਹੈ, ਪਰ ਹੁਸ਼ਿਆਰਚੰਦ ਉਹਨੂੰ ਜਿਹੜਾ ਹੈ ਅਖੀਰ ਦੇ ਉੱਪਰ ਬੁੱਢੇ ਦੇ ਲੜ ਲਾਉਂਦਾ ਹੈ। ਸੋ ਇੱਥੇ ਜਿਹੜਾ ਹੈ ਕਹਿੰਦੇ ਆ ਕਿ ਜ਼ੁਲਮ ਦੀ ਅੱਤ ਹੁੰਦੀ ਦਿਖਾਈ ਦਿੱਤੀ ਹੈ ਸਾਨੂੰ, ਐਕਸਟ੍ਰੀਮ ਟ੍ਰੈਜਡੀ ਦਿਖਾਈ ਦਿੱਤੀ ਹੈ, ਤਰਾਸਦੀ ਵਾਪਰੀ ਆ, ਟ੍ਰੈਜਡੀ ਵਾਪਰੀ ਆ, ਜਿਹਦੇ ਵਿੱਚ ਮਹਿਜ਼ ਇੱਕ 6-7 ਵਰਿਆਂ ਦੀ ਕੁੜੀ ਨੂੰ ਬੁੱਢੇ ਦੇ ਲੜ ਲਗਾਇਆ ਗਿਆ, ਝੁੱਠੀ ਸ਼ਾਨੋ ਸ਼ੌਕਤ ਤੇ ਪੈਸਿਆਂ ਦੇ ਕਰਕੇ। ਜਦੋਂ ਮੇਲੋ ਸਾਰੇ ਘਰ ਦੇ ਵਿੱਚ ਨਹੀਂ ਲੱਭਦੀ ਤਾਂ ਉਸ ਸਮੇਂ ਹੁਸ਼ਿਆਰਚੰਦ ਇੱਕ ਇਹਦਾ ਅਜਿਹਾ ਤੋੜ ਲੱਭਦਾ ਹੈ ਕਿ ਜਿਹਦੇ ਨਾਲ ਉਹਦੀ ਇੱਜ਼ਤ ਵੀ ਬਚ ਜਾਵੇ ਤੇ ਪੈਸਾ ਵੀ ਵਾਪਸ ਨਾ ਜਾਵੇ। ਉਹ ਆਪਣੀ ਛੋਟੀ ਧੀ ਨੂੰ ਬੁੱਢੇ ਦੇ ਲੜ ਲਾ ਦਿੰਦਾ ਹੈ ਔਰ ਜ਼ੁਲਮ ਦੀ ਅੱਤ ਹੁੰਦੀ ਸਾਨੂੰ ਅਖੀਰ ਦੇ ਉੱਪਰ ਦਿਖਾਈ ਦਿੱਤੀ ਹੈ। ਹਾਲਾਂਕਿ ਇਹ ਜਿਹੜੀ ਸਮੱਸਿਆ ਹੈ ਉਹ ਈਸ਼ਵਰ ਚੰਦਰ ਨੰਦਾ ਨੇ ਬਿਆਨ ਕੀਤੀ ਸੀ ਤਾਂ ਕਿ ਇਹਦਾ ਸੁਧਾਰ ਕੀਤਾ ਜਾ ਸਕੇ। ਬੇਸ਼ੱਕ ਉਹਨੇ ਇਹਦਾ ਕੋਈ ਸੁਧਾਰ ਤਾਂ ਪੇਸ਼ ਨਹੀਂ ਕੀਤਾ, ਇਸ ਸਮੱਸਿਆ ਦਾ ਕੋਈ ਸੋਲਿਊਸ਼ਨ ਨਹੀਂ ਪੇਸ਼ ਕੀਤਾ, ਪਰ ਇਸ ਸਮੱਸਿਆ ਨੂੰ ਉਹਨੇ ਪਾਠਕਾਂ ਸਾਹਮਣੇ ਲਿਆ ਕੇ ਇਹ ਜ਼ਰੂਰ ਸਿੱਧ ਕੀਤਾ ਹੈ ਕਿ ਇਹ ਇੱਕ ਬਹੁਤ ਹੀ ਭੈੜੀ ਰੀਤ ਹੈ ਅਣਜੋੜ ਵਿਆਹ ਦੀ, ਜਿਹਨੂੰ ਸਾਡੇ ਸਮਾਜ ਦੇ ਵਿੱਚ ਖਤਮ ਕਰਨਾ ਬਹੁਤ ਹੀ ਜ਼ਰੂਰੀ ਹੈ। ਸੋ ਇਹ ਸਮੱਸਿਆ ਜਿਹੜੀ ਹੈ ਉਹ ਕਾਫੀ ਹੱਦ ਤੱਕ ਕੁੜੀਆਂ ਦੀ ਪੜ੍ਹਾਈ ਦੇ ਰਾਹੀਂ ਤੇ ਸਰਕਾਰ ਦੇ ਉਪਰਾਲਿਆਂ ਦੇ ਰਾਹੀਂ ਹੱਲ ਹੋ ਗਈ ਹੈ, ਤੇ ਬਾਕੀ ਜੋ ਸਮੱਸਿਆ ਹਜੇ ਵੀ ਸਾਡੇ ਸਮਾਜ ਦੇ ਵਿੱਚ ਹੈ ਉਹਨਾਂ ਨੂੰ ਉਸ ਨੂੰ ਖਤਮ ਕਰਨ ਦੀ ਪੁਰਜੋਰ ਜਿਹੜੀ ਕੋਸ਼ਿਸ਼ ਹੈ ਉਹ ਅਸੀਂ ਕਰਨੀ ਹੈ ਤਾਂ ਕਿ ਸਮਾਜ ਦਾ ਸੁਧਾਰ ਹੋ ਸਕੇ। ਠੀਕ ਹੈ, ਓਕੇ ਬੇਟਾ।